मॉर्निंग स्टूडेंट्स। ਜਿਹੜਾ ਆਪਣਾ ਇਕਨੋਮਿਕਸ ਦਾ ਚੈਪਟਰ ਫਸਟ ਹੈ ਮੁੱਢਲੀਆਂ ਧਾਰਨਾਵਾਂ ਮੀਨਸ ਬੇਸਿਕ ਕਨਸੈਪਟਸ, ਉਹਦੇ ਆਪਾਂ ਦੂਜਾ ਪਾਰਟ ਹੈ ਜਿਹੜਾ ਸ਼ੇਅਰ ਕਰਨ ਲੱਗੇ ਹਾਂ। ਅੱਜ ਆਪਾਂ ਪੜਾਂਗੇ, ਕੱਲ ਆਪਾਂ ਬੱਚਤ ਬਾਰੇ ਪੜ੍ਹਿਆ ਸੀ, ਅੱਜ ਆਪਾਂ ਨਿਵੇਸ਼ ਤੋਂ ਸਟਾਰਟ ਕਰਨ ਲੱਗੇ ਹਾਂ। ਅਰਥ ਸ਼ਾਸਤਰ ਵਿੱਚ ਪੂੰਜੀ ਵਾਲੇ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ। ਮੀਨਸ ਜੋ ਵੀ ਆਪਣੀ ਆਮਦਨ ਦੇ ਵਿੱਚ ਵਾਧਾ ਹੁੰਦਾ ਦੈਟ ਇਜ਼ ਕਾਲਡ ਨਿਵੇਸ਼। ਇੱਕ ਵਰ੍ਹੇ ਦੌਰਾਨ ਆਮਦਨ ਦੇ ਜੋ ਭਾਗ ਉਪਭੋਗ ਦੇ ਖਰਚ 'ਤੇ ਨਹੀਂ ਕੀਤਾ ਜਾਂਦਾ ਬਲਕਿ ਬਚਾ ਕੇ ਪੂੰਜੀ ਨਿਰਮਾਣ ਲਈ ਪ੍ਰਯੋਗ ਕੀਤਾ ਜਾਂਦਾ ਹੈ, ਉਸ ਨੂੰ ਨਿਵੇਸ਼ ਹੈ ਜਿਹੜਾ ਉਹ ਕਿਹਾ ਜਾਂਦਾ ਹੈ। ਐਗਜ਼ਾਮਪਲ ਆ ਗਈ ਜੀ ਇਹਦੀ, ਮਸ਼ੀਨਾਂ, ਯੰਤਰ, ਕੱਚਾ ਮਾਲ, ਰੇਲ, ਸੜਕਾਂ, ਭਵਨ, ਕਾਰਖਾਨੇ, ਆਵਾਜਾਈ ਦੇ ਸਾਧਨ ਆਦਿ ਨਿਵੇਸ਼ ਦੀਆਂ ਉਦਾਹਰਨਾਂ ਨੇ। ਨਿਵੇਸ਼ ਉਤਪਾਦਨ ਦਾ ਉਹ ਹਿੱਸਾ ਹੈ ਜੋ ਵਸਤਾਂ ਅਤੇ ਸੇਵਾਵਾਂ ਦੇ ਵਧੇਰੇ ਉਤਪਾਦਨ ਲਈ ਪ੍ਰਯੋਗ ਹੁੰਦਾ ਹੈ। ਨਿਵੇਸ਼ ਦਾ ਅਰਥ ਹੈ ਅਸਲ ਪੂੰਜੀ ਵਿੱਚ ਵਾਧਾ, ਜਿਸ ਰਾਹੀਂ ਆਮਦਨ ਦੀ ਸਿਰਜਣਾ ਹੁੰਦੀ ਹੈ। ਨਿਵੇਸ਼ ਨੂੰ ਨਿਰਧਾਰਿਤ ਕਰਨ ਵਾਲੇ ਤੱਤ, ਡਿਟਰਮੀਨੈਂਟਸ ਆਫ ਦੀ ਇਨਵੈਸਟਮੈਂਟ। ਨਿਵੇਸ਼ ਮੁੱਖ ਰੂਪ ਵਿੱਚ ਦੋ ਤੱਤਾਂ 'ਤੇ ਨਿਰਭਰ ਕਰਦਾ ਹੈ, ਇੱਕ ਲਾਭ ਦਾ ਦਰ ਮਤਲਬ ਰੇਟ ਆਫ ਪ੍ਰੋਫਿਟ ਅਤੇ ਦੂਜਾ ਵਿਆਜ ਦੀ ਦਰ ਮਤਲਬ ਰੇਟ ਆਫ ਇੰਟਰਸਟ। ਲਾਭ ਦੀ ਦਰ ਹੈ ਜਿਹੜੀ, ਉਹਨੂੰ ਪੂੰਜੀ ਦੀ ਸੀਮਾਂਤ ਕੁਸ਼ਲਤਾ ਵੀ ਕਿਹਾ ਜਾਂਦਾ ਹੈ। ਹਰੇਕ ਉਦਮੀ ਨਿਵੇਸ਼ ਕਰਦੇ ਸਮੇਂ ਨਿਵੇਸ਼ ਦੀ ਲਾਭ ਦਰ ਭਾਵ ਨਿਵੇਸ਼ ਦੀ ਸੀਮਾਂਤ ਕੁਸ਼ਲਤਾ ਅਤੇ ਵਿਆਜ ਦੀ ਦਰ ਦੀ ਤੁਲਨਾ ਕਰਦਾ ਹੈ। ਉਹ ਉਸ ਸਮੇਂ ਤੱਕ ਨਿਵੇਸ਼ ਕਰਦਾ ਰਹੇਗਾ ਜਦੋਂ ਤੱਕ ਲਾਭ ਦੀ ਦਰ ਅਤੇ ਵਿਆਜ ਦੀ ਦਰ ਬਰਾਬਰ ਨਹੀਂ ਹੋ ਜਾਂਦੀਆਂ। ਜੇਕਰ ਅਨੁਮਾਨਿਤ ਲਾਭ ਵਿਆਜ ਦੀ ਦਰ ਤੋਂ ਵਧੇਰੇ ਹੈ ਤਾਂ ਉਦਮੀ ਨਿਵੇਸ਼ ਹੈ ਜਿਹੜਾ ਵਾਧਾ ਕਰੇਗਾ। ਇਸ ਦੇ ਉਲਟ ਜੇਕਰ ਵਿਆਜ ਦਰ ਦਾ ਅਨੁਪਾਤ ਲਾਭ ਤੋਂ ਵਧੇਰੇ ਪ੍ਰਤੀਤ ਹੁੰਦੀ ਹੈ ਤਾਂ ਨਿਵੇਸ਼ ਕਰਨ ਦੀ ਪ੍ਰੇਰਨਾ ਨਹੀਂ ਹੋਵੇਗੀ। ਨਿਵੇਸ਼ ਦੇ ਪ੍ਰਕਾਰ ਦੋ ਪ੍ਰਕਾਰ ਦਾ ਹੁੰਦਾ ਜੀ, ਇੱਕ ਪ੍ਰੇਰਿਤ ਨਿਵੇਸ਼ ਅਤੇ ਦੂਜਾ ਸਵੈ ਚਲਿਤ ਨਿਵੇਸ਼। ਪ੍ਰੇਰਿਤ ਨਿਵੇਸ਼ ਆ ਜਾਂਦਾ ਜੀ ਇੰਡਿਊਸਡ ਇਨਵੈਸਟਮੈਂਟ। ਉਹ ਨਿਵੇਸ਼ ਹੈ ਜੋ ਆਮਦਨ ਅਤੇ ਉਸ ਦੀ ਲਾਭ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਆਮਦਨ ਅਤੇ ਲਾਭ ਦੇ ਵਧਣ ਦੀ ਸੰਭਾਵਨਾ ਨਾਲ ਇਹ ਵੱਧਦਾ ਹੈ ਅਤੇ ਇਸ ਵਿੱਚ ਹੋਣ ਵਾਲੀ ਕਮੀ ਦੀ ਸੰਭਾਵਨਾ ਨਾਲ ਇਹ ਘਟ ਜਾਂਦਾ ਹੈ। ਦੂਜਾ ਆ ਗਿਆ ਜੀ ਸਵੈ ਚਲਿਤ ਨਿਵੇਸ਼, ਆਟੋਨੋਮਸ ਇਨਵੈਸਟਮੈਂਟ। ਇਹ ਉਹ ਨਿਵੇਸ਼ ਹੈ ਜੋ ਆਮਦਨ ਦੇ ਪੱਧਰਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਤੋਂ ਸੁਤੰਤਰ ਹੁੰਦਾ ਹੈ। ਉਸ ਉੱਤੇ ਲਾਭ ਦੀ ਸੰਭਾਵਿਤ ਦਰ ਦਾ ਪ੍ਰਭਾਵ ਨਹੀਂ ਪੈਂਦਾ। ਅਸਲ ਵਿੱਚ ਸਵੈ ਚਲਿਤ ਨਿਵੇਸ਼ ਉਹ ਨਿਵੇਸ਼ ਹੈ ਜੋ ਸਰਕਾਰ ਰਾਹੀਂ ਅਰਥ ਵਿਵਸਥਾ ਵਿੱਚ ਕੁੱਲ ਮੰਗ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਜਦੋਂ ਕੁੱਲ ਮੰਗ ਦਾ ਪੱਧਰ ਕੁੱਲ ਪੂਰਤੀ ਦੇ ਪੱਧਰ ਤੋਂ ਘਟ ਜਾਂਦਾ ਹੈ ਤਾਂ ਸਰਕਾਰ ਆਪਣੇ ਨਿਵੇਸ਼ ਖਰਚਿਆਂ ਰਾਹੀਂ ਕੁੱਲ ਮੰਗ ਪੱਧਰ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਸਵੈ ਚਲਿਤ ਨਿਵੇਸ਼ ਲਾਭਦਾਇਕਤਾ ਦੀ ਸੰਭਾਵਨਾ ਅਤੇ ਆਮਦਨ ਦੇ ਪੱਧਰ ਤੋਂ ਸੁਤੰਤਰ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਦੋ ਤਰ੍ਹਾਂ ਦੇ ਨਿਵੇਸ਼ ਜਿਵੇਂ ਕੁੱਲ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਵੀ ਹੁੰਦੇ ਨੇ। ਕੁੱਲ ਨਿਵੇਸ਼ ਕੀ ਹੁੰਦਾ ਜੀ? ਕਿਸੇ ਅਰਥ ਵਿਵਸਥਾ ਵਿੱਚ ਇੱਕ ਵਰ੍ਹੇ ਦੌਰਾਨ ਪੂੰਜੀਗਤ ਪਦਾਰਥਾਂ ਦੇ ਕੁੱਲ ਉਤਪਾਦਨ ਨੂੰ ਕੁੱਲ ਨਿਵੇਸ਼ ਕਿਹਾ ਜਾਂਦਾ ਹੈ। ਇਸ ਵਿੱਚ ਦੋ ਪ੍ਰਕਾਰ ਦੇ ਨਿਵੇਸ਼ ਸ਼ਾਮਿਲ ਹੁੰਦੇ ਹਨ, ਇੱਕ ਸ਼ੁੱਧ ਨਿਵੇਸ਼ ਅਤੇ ਦੂਜਾ ਪ੍ਰਤੀਸਥਾਪਨ ਨਿਵੇਸ਼। ਪ੍ਰਤੀਸਥਾਪਨ ਨਿਵੇਸ਼ ਉਹ ਨਿਵੇਸ਼ ਹੈ ਜੋ ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋ ਜਾਣ ਵਜੋਂ ਉਸ ਦੇ ਨਵੀਨੀਕਰਨ ਦੇ ਲਈ ਕੀਤਾ ਜਾਂਦਾ ਹੈ। ਇਹ ਨਿਵੇਸ਼ ਪੂੰਜੀ ਦੇ ਵਰਤਮਾਨ ਪੱਧਰ ਨੂੰ ਬਣਾਈ ਰੱਖਦਾ ਹੈ, ਜਿਵੇਂ ਕਿ ਕੁੱਲ ਨਿਵੇਸ਼ ਇਜ਼ ਇਕੁਅਲਸ ਟੂ ਸ਼ੁੱਧ ਨਿਵੇਸ਼ ਪਲੱਸ ਪ੍ਰਤੀਸਥਾਪਨ ਨਿਵੇਸ਼। ਉਸ ਤੋਂ ਬਾਅਦ ਸ਼ੁੱਧ ਨਿਵੇਸ਼ ਆ ਜਾਏਗਾ ਜੀ ਤੁਹਾਡੇ ਕੋਲ। ਉਹ ਨਿਵੇਸ਼ ਹੈ ਜਿਸ ਦੇ ਸਿੱਟੇ ਵਜੋਂ ਪੂੰਜੀ ਦੇ ਸਟਾਕ ਵਿੱਚ ਵਾਧਾ ਹੁੰਦਾ ਹੈ। ਕੁੱਲ ਨਿਵੇਸ਼ ਵਿੱਚੋਂ ਘਿਸਾਵਟ ਖਰਚ ਨਿਵੇਸ਼ ਨੂੰ ਘਟਾ ਕੇ ਸ਼ੁੱਧ ਨਿਵੇਸ਼ ਹੈ ਜਿਹੜਾ ਗਿਆਤ ਕੀਤਾ ਜਾ ਸਕਦਾ ਹੈ। ਮਤਲਬ ਇਹਨਾਂ ਦਾ ਡਿਫਰੈਂਸ ਕੀਤਾ ਜਾ ਸਕਦਾ ਜੀ ਕੁੱਲ ਨਿਵੇਸ਼ ਅਤੇ ਘਿਸਾਵਟ ਖਰਚੇ। ਵਾਸਤਵ ਵਿੱਚ ਸ਼ੁੱਧ ਨਿਵੇਸ਼ ਦੇ ਸਿੱਟੇ ਵਜੋਂ ਹੀ ਪੂੰਜੀ ਨਿਰਮਾਣ ਹੈ ਜਿਹੜਾ ਉਹ ਹੁੰਦਾ ਹੈ। ਫਿਰ ਆ ਗਿਆ ਜੀ ਪੂੰਜੀ ਨਿਰਮਾਣ, ਕੈਪੀਟਲ ਫਾਰਮੇਸ਼ਨ। ਅਰਥ ਸ਼ਾਸਤਰ ਵਿੱਚ ਆਮਦਨ ਦੇ ਉਸ ਭਾਗ ਨੂੰ ਪੂੰਜੀ ਕਹਿੰਦੇ ਹਨ ਜਿਸ ਰਾਹੀਂ ਪਹਿਲਾਂ ਨਾਲੋਂ ਵਧੇਰੇ ਉਤਪਾਦਨ ਕੀਤਾ ਜਾ ਸਕਦਾ ਹੈ। ਆਮਦਨ ਦੇ ਜਿਸ ਭਾਗ ਨੂੰ ਉਪਭੋਗ ਉੱਤੇ ਖਰਚ ਨਹੀਂ ਕੀਤਾ ਜਾਂਦਾ ਉਸ ਨੂੰ ਬੱਚਤ ਕਿਹਾ ਜਾਂਦਾ ਹੈ। ਅਰਥ ਇਹਦਾ ਆ ਜਾਂਦਾ ਜੀ, ਅੱਜ ਕੱਲ੍ਹ ਪੂੰਜੀ ਨਿਰਮਾਣ ਸ਼ਬਦ ਦਾ ਪ੍ਰਯੋਗ ਦੋ ਅਰਥਾਂ ਵਿੱਚ ਕੀਤਾ ਜਾਂਦਾ ਹੈ। ਪੂੰਜੀ ਨਿਰਮਾਣ ਦਾ ਸੀਮਿਤ ਅਰਥ, ਪੂੰਜੀ ਨਿਰਮਾਣ ਦਾ ਵਿਸਤ੍ਰਿਤ ਅਰਥ। ਸੀਮਿਤ ਅਰਥ ਵਿੱਚ ਆ ਜਾਂਦਾ ਜੀ ਕਿ ਕੇਵਲ ਭੌਤਿਕ ਪੂੰਜੀ ਜਿਵੇਂ ਮਸ਼ੀਨਾਂ, ਇਮਾਰਤਾਂ, ਫੈਕਟਰੀਆਂ ਆਦਿ ਤੋਂ ਹੋਣ ਵਾਲੇ ਵਾਧੇ ਨੂੰ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਵਿਸਤ੍ਰਿਤ ਅਰਥ ਇਹ ਆ ਜਾਂਦਾ ਹੈ ਕਿ ਕੇਵਲ ਭੌਤਿਕ ਪੂੰਜੀ ਦੇ ਸਟਾਕ ਵਿੱਚ ਹੋਣ ਵਾਲੇ
ਵਾਧੇ ਨੂੰ ਹੀ ਪੂੰਜੀ ਮੰਨਿਆ ਜਾਂਦਾ ਹੈ। ਬਲਕਿ ਸਮਾਜਿਕ ਜਿਹੜੇ ਉੱਪਰੀ ਲਾਗਤ ਹੈ, ਜਿਵੇਂ ਸੜਕਾਂ, ਰੇਲਾਂ, ਨਹਿਰਾਂ, ਇਹਨਾਂ ਦੇ ਨਿਰਮਾਣ ਵਿੱਚ ਵੀ ਜਿਹੜਾ ਪੂੰਜੀ ਦਾ ਵਾਧਾ ਸ਼ਾਮਿਲ ਹੁੰਦਾ ਹੈ, ਉਹ ਵੀ ਇਸ ਵਿੱਚ ਸ਼ਾਮਿਲ ਹੋ ਜਾਂਦਾ ਹੈ। ਪਰਿਭਾਸ਼ਾ ਟੋਡਾਰੋ ਦੇ ਅਨੁਸਾਰ ਪੂੰਜੀ ਨਿਰਮਾਣ ਉਸ ਸਮੇਂ ਹੁੰਦਾ ਹੈ ਜਦੋਂ ਵਰਤਮਾਨ ਆਮਦਨ ਦਾ ਕੁਝ ਹਿੱਸਾ ਬਚਾਇਆ ਜਾ ਸਕਦਾ ਹੈ ਅਤੇ ਉਹਨੂੰ ਭਵਿੱਖ ਵਿੱਚ ਆਮਦਨ ਅਤੇ ਉਤਪਾਦਨ ਨੂੰ ਵਧਾਉਣ ਲਈ ਨਿਵੇਸ਼ ਕੀਤਾ ਜਾਂਦਾ ਹੈ। ਜਿਵੇਂ ਫੈਕਟਰੀਆਂ, ਮਸ਼ੀਨਾਂ, ਔਜ਼ਾਰਾਂ, ਕੱਚਾ ਮਾਲ ਆਦਿ ਕਿਸੇ ਰਾਸ਼ਟਰ ਦੀ ਭੌਤਿਕ ਪੂੰਜੀ ਨੂੰ ਵਧਾਉਂਦੇ ਨੇ। ਉਸ ਤੋਂ ਬਾਅਦ ਪੂੰਜੀ ਨਿਰਮਾਣ ਦੇ ਪ੍ਰਕਾਰ, 2 ਪ੍ਰਕਾਰ ਦਾ, ਕੁੱਲ ਪੂੰਜੀ ਨਿਰਮਾਣ ਤੇ ਸ਼ੁੱਧ ਪੂੰਜੀ ਨਿਰਮਾਣ। ਕੁੱਲ ਪੂੰਜੀ ਨਿਰਮਾਣ ਤੋਂ ਅਰਥ ਕੁੱਲ ਨਿਵੇਸ਼ ਤੋਂ ਹੈ ਜੀ। ਇਸ ਦੇ ਅੰਤਰਗਤ ਕਿਸਾਈ ਦੇ ਲਈ ਕੀਤਾ ਗਿਆ ਨਿਵੇਸ਼ ਅਤੇ ਸ਼ੁੱਧ ਨਿਵੇਸ਼ ਦੋਵੇਂ ਸ਼ਾਮਲ ਨੇ। ਇਸ ਦੇ ਉਲਟ ਸ਼ੁੱਧ ਪੂੰਜੀ ਨਿਰਮਾਣ ਤੋਂ ਅਰਥ ਸ਼ੁੱਧ ਨਿਵੇਸ਼ ਵਿੱਚ ਕੀਤੇ ਜਾਣ ਵਾਲੇ ਵਾਧੇ ਤੋਂ ਹੈ। ਸ਼ੁੱਧ ਨਿਵੇਸ਼ ਕੱਢਣ ਲਈ ਘਿਸਾਵਟ ਆਦਿ ਨੂੰ ਕੁੱਲ ਨਿਵੇਸ਼ ਵਿੱਚੋਂ ਘਟਾਇਆ ਜਾਂਦਾ ਹੈ। ਅਸਲ ਵਿੱਚ ਪੂੰਜੀ ਨਿਰਮਾਣ ਦਾ ਅਰਥ ਹੈ ਜਿਹੜਾ ਉਹ ਸ਼ੁੱਧ ਨਿਵੇਸ਼ ਵਿੱਚ ਵਾਧਾ ਹੈ। ਇਹ ਸੀਗਾ ਜੀ ਤੁਹਾਡਾ ਇਹਦੇ ਵਿੱਚ ਪੂੰਜੀ ਨਿਰਮਾਣ, ਬੱਚਤ ਅਤੇ ਨਿਵੇਸ਼ ਦੇ ਪ੍ਰਕਾਰ। ਕੱਲ੍ਹ ਨੂੰ ਆਪਾਂ ਛੁਪੀ ਹੋਈ ਬੇਰੁਜ਼ਗਾਰੀ, ਪੂਰਨ ਰੁਜ਼ਗਾਰ ਆਦਿ ਬਾਰੇ ਜੋ ਵੀ ਹੈਗਾ ਇਹ ਪੜ੍ਹਾਂਗੇ ਜੀ, ਇਹਦੇ ਬੇਸਿਕ ਕੌਨਸੈਪਟ। ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਹੋਮਵਰਕ ਹੈ ਜਿਹੜਾ ਕਰਨਾ, ਨਿਵੇਸ਼ ਦੀ ਪਰਿਭਾਸ਼ਾ ਦਿਓ। ਨਿਵੇਸ਼ ਨੂੰ ਨਿਰਧਾਰਨ ਕਰਨ ਵਾਲੇ ਤੱਤ ਕਿਹੜੇ ਨੇ, ਪੂੰਜੀ ਨਿਰਮਾਣ ਤੋਂ ਕੀ ਭਾਵ ਹੈ, ਕੁੱਲ ਪੂੰਜੀ ਨਿਰਮਾਣ, ਸ਼ੁੱਧ ਪੂੰਜੀ ਨਿਰਮਾਣ ਵਿੱਚ ਕੀ ਅੰਤਰ ਹੈ। ਅਤੇ ਕੱਲ੍ਹ ਨੂੰ ਆਪਾਂ ਛੁਪੀ ਹੋਈ ਬੇਰੁਜ਼ਗਾਰੀ ਬਾਰੇ ਪੜ੍ਹਾਂਗੇ ਜੀ। ਥੈਂਕ ਯੂ।